ਹੈਲੋ ਸਟੂਡੈਂਟਸ, ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਇਸ ਸਾਲ ਦੇ ਵਿੱਚ ਜੋ +2 ਦੇ ਔਰ +1 ਦੇ ਸਿਲੇਬਸ ਦੇ ਵਿੱਚ ਚੇਂਜਸ ਆਉਂਦੇ ਰਹੇ ਆ ਔਰ ਸਟਾਰਟਿੰਗ ਤੋਂ ਹੀ ਕੁਝ ਸਿਲੇਬਸ ਜੋ ਰਿਡਿਊਸ ਕੀਤਾ ਗਿਆ ਸੀ, ਉਸ ਤੋਂ ਬਾਅਦ ਪੈਟਰਨ ਦੇ ਵਿੱਚ ਵੀ ਚੇਂਜ ਕੀਤਾ ਗਿਆ। ਸਪੈਸ਼ਲੀ ਆਪਾਂ ਇੱਥੇ ਜਨਰਲ ਇੰਗਲਿਸ਼ ਦੇ ਸਿਲੇਬਸ ਦੀ ਗੱਲ ਕਰਦੇ ਪਏ ਹਾਂ ਔਰ ਇਹਦੇ ਵਿੱਚ ਹੁਣ ਜੋ ਲੇਟੈਸਟ ਅਪਡੇਟ ਆਈ ਹੈ ਉਹਦੇ ਅਕੋਰਡਿੰਗ 30% ਸਿਲੇਬਸ ਜੋ ਰਿਡਿਊਸ ਕੀਤਾ ਗਿਆ ਹੈ ਸਾਰੇ ਸਬਜੈਕਟਸ ਦੇ ਵਿੱਚੋਂ ਔਰ ਇੰਗਲਿਸ਼ ਦੇ ਵਿੱਚੋਂ ਵੀ ਇਸ ਤਰੀਕੇ ਦੇ ਨਾਲ ਸਿਲੇਬਸ ਰਿਡਿਊਸ ਹੋਇਆ ਹੈ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਕੁਛ ਚੈਪਟਰਸ ਜੋ ਕਿ ਤੁਹਾਡੇ ਸਿਲੇਬਸ ਦੇ ਵਿੱਚੋਂ ਕੱਟ ਦਿੱਤੇ ਗਏ ਆ, ਜਿਹਨਾਂ ਵਿੱਚ ਪੋਇਮਸ ਵੀ ਹੈਗੀਆਂ। ਹੁਣ ਇੱਥੇ +2 ਦੀ ਗੱਲ ਕਰਦੇ ਪਏ ਆਪਾਂ ਤੇ ਰੋਬੋਟਸ ਐਂਡ ਪੀਪਲ on giving advice in celebration of being alive, ਗਦਰੀ ਬਾਬਾਜ਼ ਇਨ ਕਾਲਾ ਪਾਣੀ ਜੇਲ, ਇਹ ਉਹ ਫਸਟ 10 ਚੈਪਟਰਸ ਸੀਗੇ, ਜਿਹਦੇ ਵਿੱਚੋਂ ਕਿ 4 ਚੈਪਟਰਸ ਜੋ ਹੈ ਉਹ ਡਿਡਕਟ ਕਰ ਦਿੱਤੇ ਗਏ ਹੈ, ਰਿਡਿਊਸ ਕਰ ਦਿੱਤੇ ਗਏ ਹੈ। ਔਰ ਜਿਹੜੀਆਂ ਪੋਇਮਸ ਸੀਗੀਆਂ ਉਹਦੇ ਵਿੱਚੋਂ 2 ਪੋਇਮਸ ਚੇਅਰਫੁਲਨੈਸ ਟੌਟ ਬਾਈ ਰੀਜ਼ਨ ਔਰ ਔਨ ਹਿਜ਼ ਬਲਾਈਂਡਨੈਸ ਵੀ ਹੁਣ ਸਿਲੇਬਸ ਦੇ ਵਿੱਚ ਨਹੀਂ ਹੈ। ਔਰ ਸੈਕਸ਼ਨ ਸੀ ਦੀ ਗੱਲ ਕਰੀਏ ਤਾਂ ਚੈਪਟਰ ਦ ਬੁਲ ਬੀਨੀਥ ਦ ਅਰਥ, ਇਹ ਹੁਣ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈ। ਔਰ ਕੁਛ ਲੈਟਰਸ ਜੋ ਅਨਸੋਲਵਡ ਫਾਰਮਲ ਲੈਟਰਸ ਦੀ ਲਿਸਟ ਦਿੱਤੀ ਹੋਈ ਹੈ, ਉਹਨਾਂ ਨੂੰ ਵੀ ਸਿਲੇਬਸ ਦੇ ਵਿੱਚੋਂ ਕੱਟ ਦਿੱਤਾ ਗਿਆ ਹੈ ਔਰ ਇਹ ਲੈਟਰਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗ੍ਰਾਮਰ ਦੇ ਬੁੱਕ ਦੇ ਵਿੱਚੋਂ ਸੀਗੇ। ਉਸ ਤੋਂ ਬਾਅਦ ਈਮੇਲਸ ਦੀ ਗੱਲ ਕਰੀਏ ਤਾਂ 10 ਈਮੇਲਸ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਹੈ। ਔਰ ਇੱਕ ਬਹੁਤ ਵੱਡਾ ਜੋ ਚੇਂਜ ਹੈ ਉਹ ਹੈ ਟਰਾਂਸਫਰਮੇਸ਼ਨ ਆਫ ਸੈਂਟੈਂਸਿਸ ਦੇ ਟੌਪਿਕ ਦੇ ਵਿੱਚੋਂ, ਜਿਹਦੇ ਵਿੱਚ ਕਿ ਸਿਰਫ ਹੁਣ 2 ਟਾਈਪ ਦੇ ਸੈਂਟੈਂਸਿਸ ਨੂੰ ਹੀ ਇੱਥੇ ਐਗਜ਼ਾਮ ਦੇ ਵਿੱਚ ਲਿਆ ਜਾ ਰਿਹਾ ਹੈ, ਜਿਹਦੇ ਵਿੱਚ ਕਿ ਫਸਟ ਹੈ ਰਿਮੂਵਲ ਆਫ ਟੂ ਔਰ ਦੂਸਰਾ ਇੰਟਰਚੇਂਜ ਆਫ ਡਿਗਰੀਜ਼। ਬਾਕੀ ਨਰੇਸ਼ਨ ਹੈ, ਵੌਇਸ ਹੈ, ਜਿਵੇਂ ਪਹਿਲੇ ਸੀਗੇ। ਹੁਣ ਪੈਟਰਨ ਦੀ ਗੱਲ ਕਰਦੇ ਹਾਂ। ਟੋਟਲ 80 ਮਾਰਕਸ ਦਾ ਪੇਪਰ ਹੈ ਜੋ ਥਿਊਰੀ ਪੇਪਰ ਹੋਏਗਾ ਔਰ ਇੰਟਰਨਲ ਅਸੈਸਮੈਂਟ 20 ਮਾਰਕਸ ਦੀ, ਜਿਹਦੇ ਵਿੱਚੋਂ ਕਿ 18 ਮਾਰਕਸ ਲਿਖਿਆ ਹੋਇਆ ਬੇਸਡ ਔਨ ਲਿਸਨਿੰਗ ਐਂਡ ਸਪੀਕਿੰਗ ਸਕਿੱਲਸ। ਅਤੇ ਕਿਉਂਕਿ ਇਸ ਸਾਲ ਪ੍ਰੈਕਟੀਕਲਸ ਤਾਂ ਸਕੂਲ ਦੇ ਵਿੱਚ ਹੋ ਵੀ ਨਹੀਂ ਪਾਏ ਔਰ ਉਹਨਾਂ ਨੂੰ ਕਰਨਾ ਪੋਸੀਬਲ ਵੀ ਨਹੀਂ ਸੀਗਾ, ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਇੰਟਰਨਲ ਅਸੈਸਮੈਂਟ ਦੇ ਵਿੱਚ ਜੋ ਕਾਊਂਟ ਹੋਣੇ ਹੈ ਮਾਰਕਸ, ਜਿਹਦੇ ਵਿੱਚ ਕਿ 2 ਮਾਰਕਸ ਲਿਖੇ ਹੋਏ ਆ ਬੁੱਕ ਬੈਂਕ ਦੇ, ਜਿਹਦੇ ਵਿੱਚ ਤੁਹਾਡੀ ਕਾਪੀਜ਼ ਵਗੈਰਾ ਕੰਸੀਡਰ ਹੋ ਸਕਦੀਆਂ, ਨੋਟਬੁੱਕਸ। ਔਰ ਇਸ ਤਰ੍ਹਾਂ 100 ਮਾਰਕਸ ਦਾ ਟੋਟਲ ਪੇਪਰ ਹੁੰਦਾ। ਥਿਊਰੀ ਪੇਪਰ 80 ਮਾਰਕਸ ਦਾ ਹੋਏਗਾ। ਹੁਣ ਅਗਰ ਸਟਰਕਚਰ ਕੁਐਸਚਨ ਪੇਪਰ ਨੂੰ ਦੇਖੀਏ, ਸਟਰਕਚਰ ਆਫ ਕੁਐਸਚਨ ਪੇਪਰ ਦੇ ਵਿੱਚ ਸੈਕਸ਼ਨ ਏ ਦੇ ਵਿੱਚ ਦੇਖੀਏ, ਇਹ ਸੈਕਸ਼ਨ ਜੋ ਹੈ ਉਹ 16 ਮਾਰਕਸ ਦਾ ਟੋਟਲ ਬਣਦਾ ਔਰ ਇਹ ਅਨਸੀਨ ਪੈਸੇਜਿਸ ਦਾ ਜੋ ਪੋਰਸ਼ਨ ਹੈ, ਜਿਹਦੇ ਵਿੱਚ ਕਿ ਫਸਟ ਜਿਹੜਾ ਪੈਸੇਜ ਆਏਗਾ ਉਹ 200 to 50 ਵਰਡਸ ਦਾ ਹੋਏਗਾ ਔਰ ਇਹਦੇ ਵਿੱਚ ਜੋ ਕੰਪਰੀਹੈਂਸਿਵ ਕੁਐਸਚਨਸ ਹੋਣੇ ਹੈ ਉਹਦੇ ਵਿੱਚ 6 ਮਲਟੀਪਲ ਚੋਇਸ ਟਾਈਪ ਕੁਐਸਚਨਸ ਔਰ 4 ਓਬਜੈਕਟਿਵ ਟਾਈਪ ਕੁਐਸਚਨਸ, ਦੋਨੋਂ ਮਿਲਾ ਕੇ 10 ਮਾਰਕਸ ਬਣ ਜਾਂਦੇ ਆ। ਔਰ ਇਹ ਪੈਸੇਜ 250 ਨੀਅਰ ਅਬਾਊਟ 250 ਵਰਡਸ ਦੇ ਵਿੱਚੋਂ ਹੋਏਗਾ। ਔਰ ਅਗਰ ਸੈਕਿੰਡ ਪੈਰਾ ਦੀ ਗੱਲ ਕਰੀਏ, ਉਹ ਵੀ ਅਨਸੀਨ ਹੀ ਪੈਸੇਜ ਹੋਏਗਾ, ਜਿਹਦੇ ਵਿੱਚੋਂ ਕਿ 2 MCQs ਹੋਣੇ, 2 ਸਿੰਗਲ ਲਾਈਨ ਕੰਪਰੀਹੈਂਸ਼ਨ ਕੁਐਸਚਨਸ ਹੋਣੇ ਔਰ ਇੱਕ ਕੁਐਸਚਨ ਹੋਏਗਾ ਜੋ ਫਿਲਅਪ ਹੋਏਗਾ ਔਰ ਉਹ ਵਰਡ ਜੋ ਹੋਏਗਾ ਉਹ ਤੁਸੀਂ ਪੈਸੇਜ ਦੇ ਵਿੱਚੋਂ ਹੀ ਫਾਈਂਡ ਆਊਟ ਕਰਨਾ ਹੁੰਦਾ ਔਰ ਇੱਕ ਕੁਐਸਚਨ ਹੋਏਗਾ ਮੈਚ ਦ ਵਰਡਸ ਵਿਦ ਮੀਨਿੰਗਸ। ਠੀਕ ਹੈ, ਇਸ ਤਰ੍ਹਾਂ ਮਿਲਾ ਕੇ ਉਹਦੇ 6 ਮਾਰਕਸ ਬਣਨਗੇ ਅਤੇ ਟੋਟਲ ਕੰਪਰੀਹੈਂਸ਼ਨ ਜੋ ਅਨਸੀਨ ਕੰਪਰੀਹੈਂਸ਼ਨ ਪੈਸੇਜਿਸ ਹੈ ਉਹ ਟੋਟਲ 16 ਮਾਰਕਸ ਦੇ ਸੈਕਸ਼ਨ ਏ ਦੇ ਵਿੱਚ ਹੋ ਜਾਂਦੇ ਆ। ਹੁਣ ਸੈਕਸ਼ਨ ਬੀ ਦੀ ਗੱਲ ਕਰੀਏ, ਇਹਦੇ ਵਿੱਚ ਪ੍ਰੈਸੀ ਰਾਈਟਿੰਗ, ਪ੍ਰੈਸੀ ਦੇ ਲਈ 150 ਵਰਡਸ ਨੀਅਰ ਅਬਾਊਟ ਦਾ ਪੈਸੇਜ ਹੋਏਗਾ, ਜਿਹਨੂੰ ਤੁਸੀਂ 1/3 ਮੀਨਸ 50 ਵਰਡਸ ਦੇ ਵਿੱਚ ਲਿਖਣਾ ਹੁੰਦਾ ਔਰ ਇਹ 4 ਮਾਰਕਸ ਦਾ ਹੋਏਗਾ। ਲੈਟਰ ਰਾਈਟਿੰਗ, ਜਿਸ ਤਰ੍ਹਾਂ ਤੁਹਾਡੇ ਸਿਲੇਬਸ ਦੇ ਵਿੱਚ ਹੈ ਓਫੀਸ਼ੀਅਲ ਬਿਜ਼ਨਸ, ਲੈਟਰ ਟੂ ਐਡੀਟਰ ਔਰ ਐਪਲੀਕੇਸ਼ਨ, ਇਹ ਸਾਰੀ ਵਿੱਚੋਂ ਕੋਈ 2 ਐਪਲੀਕੇਸ਼ਨਸ ਹੋ ਸਕਦੀਆਂ, ਇੱਕ ਲੈਟਰ ਔਰ ਇੱਕ ਐਪਲੀਕੇਸ਼ਨ ਵੀ ਹੋ ਸਕਦੀ ਹੈ ਔਰ ਇੰਟਰਨਲ ਚੋਇਸ ਹੋਏਗੀ, 2 ਦੇ ਵਿੱਚੋਂ ਕੋਈ ਇੱਕ ਤੁਸੀਂ ਕਰਨਾ ਹੋਏਗਾ ਔਰ ਇਹ 5 ਮਾਰਕਸ ਦਾ ਹੋਏਗਾ। ਨਿਊਜ਼ ਹੈਡਲਾਈਨ ਔਰ ਈਮੇਲ ਰਾਈਟਿੰਗ ਦੇ ਵਿੱਚ ਪਹਿਲੇ ਵਾਂਗੂ ਹੀ ਚੋਇਸ ਹੈ ਔਰ ਇਹ 3 ਮਾਰਕਸ ਦੀ ਹੋਏਗੀ, ਦੋਨਾਂ ਵਿੱਚੋਂ ਕੋਈ ਇੱਕ ਚੀਜ਼ ਕੀਤੀ ਜਾ ਸਕਦੀ ਹੈ। ਹੁਣ ਦੇਖੀਏ ਟਰਾਂਸਲੇਸ਼ਨ ਦਾ ਸੋਲਵ ਕਰਨ ਦਾ ਬਹੁਤ ਈਜ਼ੀ ਹੋ ਗਿਆ, ਕਿਉਂਕਿ MCQs ਹੋ ਗਏ। ਇੰਗਲਿਸ਼ ਟੂ ਪੰਜਾਬੀ ਕਰਨੀ ਹੋਏ ਜਾਂ ਪੰਜਾਬੀ ਟੂ ਇੰਗਲਿਸ਼, ਦੋਨੋਂ ਦੇ ਹੀ MCQs ਤੁਹਾਨੂੰ ਆਪਸ਼ਨਸ ਦਿੱਤੀਆਂ ਹੋਣੀਆਂ ਔਰ ਇਹ 2-2 ਨੰਬਰ ਦੇ ਹੋਏਗੀ। ਡਿਟਰਮੀਨਰਸ
ग्रामर ਦੇ ਵਿੱਚ ਦੇਖੀਏ ਨॉन फाइनेट्स और फिर ट्रांसफॉर्मेशन ऑफ सेंटेंसेस भी MCQ ਦੀ ਹੀ ਫਾਰਮ ਦੇ ਵਿੱਚ ਆਏਗਾ। दैट मीनस एक सेंटेंस अगर होएगा तो ਉਹਦੀ ऑप्शनस ਦਿੱਤੀਆਂ ਹੋਣੀਆਂ ਜਿਹਦੇ ਵਿੱਚੋਂ ਤੁਸੀਂ राइट ऑप्शन चूज़ करनी होएगी। सेम वे वॉइस और नरेशन भी, और ये ग्रामर टोटल 10 मार्क्स ਦੀ ग्रामर बन जाती है। उस तो बाद लिटरेचर देखिए जो बुक ਦੇ ਵਿੱਚੋਂ आएगा ਇਹਦੇ ਵਿੱਚ भी काफ़ी चेंजेस आए हैं पहले ਦੇ कंपैरेटिवली। 10 ऑब्जेक्टिव टाइप क्वेश्चन ਜਿਹਦੇ ਵਿੱਚੋਂ कि 5 जो है वो इंटेंसिव स्टडी मीनस पार्ट ए ਦੇ ਵਿੱਚੋਂ आने हैं और 5 एक्सटेंसिव स्टडी पार्ट सी ਦੇ ਵਿੱਚੋਂ आने मीनस दोनों तरह के चैप्टर्स ਦੇ ਵਿੱਚੋਂ 5-5 क्वेश्चन होने और वो एक नंबर ਦੇ होने टोटल 10 मार्क्स हो गए। उस तो बाद पोएम ਦਾ ਕੰਪਰੀਹੈਂਸ਼ਨ ਕੁਐਸਚਨਸ ਜੋ ਪੋਇਮ ਦੇ ਵਿੱਚੋਂ ਸਟੈਂਜ਼ਾ ਦੇ ਵਿੱਚੋਂ ਆਉਂਦੇ ਆ ਜਿਹਦੇ ਵਿੱਚੋਂ ਕਿ पोएट ਦਾ ਨਾਮ, पोएम ਦਾ ਨਾਮ, ਰਾਈਮਿੰਗ ਸਕੀਮ ਜਾਂ ਫਿਰ ਫਿਗਰ ਆਫ ਸਪੀਚ ਪੁੱਛੇ ਜਾ ਸਕਦੇ ਜਿਹਦੇ ਉੱਪਰ ਕਿ ਤੁਸੀਂ ਅਗਰ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰਕੇ ਫਿਗਰ ਆਫ ਸਪੀਚ ਦੀ ਵੀਡੀਓਜ਼ ਨੂੰ ਦੇਖ ਸਕਦੇ ਆ ਔਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਉੱਥੇ ਕਲੀਅਰ ਹੋ ਜਾਏਗਾ ਤੁਹਾਨੂੰ ਕਿ ਕਿਸ ਤਰ੍ਹਾਂ ਇਹ 4 ਮਾਰਕਸ ਤੁਸੀਂ ਲੈਣੇ ਹੈ। ਸੈਂਟਰਲ ਆਈਡੀਆ ਪੋਇਮ ਦਾ ਇੰਟਰਨਲ ਚੋਇਸ ਹੋਏਗੀ, 2 ਪੋਇਮਸ ਦਾ ਸੈਂਟਰਲ ਆਈਡੀਆ ਦਿੱਤਾ ਹੋਏਗਾ ਜਿਹਦੇ ਵਿੱਚੋਂ ਕਿ ਤੁਸੀਂ ਇੱਕ ਕਰਨਾ ਹੋਏਗਾ ਔਰ ਇਹ 3 ਮਾਰਕਸ ਦਾ ਹੋਏਗਾ। ਹੁਣ ਕੁਐਸਚਨਸ ਦੀ ਗੱਲ ਕਰੀਏ ਤੇ ਪਹਿਲੇ 40 to 50 ਵਰਡਸ ਵਾਲੇ ਕੁਐਸਚਨ ਆਉਂਦੇ ਸੀ ਪਾਰਟ ਏ ਦੇ ਵਿੱਚੋਂ 5 ਕੁਐਸਚਨ ਹੁੰਦੇ ਸੀ ਉਹਦੇ ਚੋਂ 3 ਕਰਨੇ ਹੁੰਦੇ ਸੀ ਲੇਕਿਨ ਅਕੋਰਡਿੰਗ ਟੂ ਸਿਚੁਏਸ਼ਨ ਸਰਕਮਸਟਾਂਸਿਸ ਕੁਛ ਇਹੋ ਜਿਹੇ ਹੋ ਗਏ ਹੈ ਕਿ ਬੋਰਡ ਬਹੁਤ ਹੀ ਆਸਾਨ ਕਰ ਦੇਣਾ ਚਾਹੁੰਦਾ ਹੈ ਬੱਚਿਆਂ ਸਟੂਡੈਂਟਸ ਦੇ ਐਗਜ਼ਾਮ ਨੂੰ ਲੈ ਕੇ, ਇਸ ਕਰਕੇ ਉਹਨਾਂ ਨੇ ਚੋਇਸ ਵਧਾ ਦਿੱਤੀ ਹੈ। 6 ਕੁਐਸਚਨਸ ਹੋਣੇ ਆ ਜਿਹਦੇ ਵਿੱਚੋਂ ਕਿ ਤੁਸੀਂ ਯੂ ਹੈਵ ਟੂ ਅਟੈਂਪਟ 3 ਕੁਐਸਚਨਸ ਸ਼ਾਰਟ ਆਨਸਰਸ 40 to 50 ਵਰਡਸ ਫਰੋਮ ਪਾਰਟ ਏ ਐਂਡ ਫਰੋਮ ਸੀ ਆਲਸੋ। ਪਾਰਟ ਏ ਦੇ ਵਿੱਚੋਂ ਵੀ 6 ਕੁਐਸਚਨ ਹੋਣੇ ਆ ਜਿਹਦੇ ਵਿੱਚੋਂ ਕਿ ਤੁਸੀਂ 3 ਕਰਨੇ ਹੋਣੇ ਆ ਔਰ ਪਾਰਟ ਸੀ ਦੇ ਵਿੱਚੋਂ 4 ਕੁਐਸਚਨ ਦੇ ਦਿੱਤੇ ਗਏ ਹੋਣੇ। ਪਹਿਲੇ ਉਹਦੇ 'ਚ ਕੁਐਸਚਨ ਹੁੰਦੇ ਸੀ 3 ਦੇ ਵਿੱਚੋਂ ਕੋਈ 2 ਕਰਨੇ ਹੁੰਦੇ ਸੀ, ਇੱਥੇ ਚੋਇਸ ਨੂੰ ਫਿਰ ਵਧਾ ਦਿੱਤਾ ਗਿਆ, 4 ਕੁਐਸਚਨਸ ਦਿੱਤੇ ਔਰ 4 ਦੇ ਵਿੱਚੋਂ ਕੋਈ 2 ਤੁਸੀਂ ਕਰਨਾ ਹੈ ਔਰ ਦੋਨੋਂ ਹੀ 40 to 50 ਵਰਡਸ ਦੇ ਕੁਐਸਚਨਸ ਜੇ ਹੈਗੇ ਇਹ 2 ਮਾਰਕਸ ਦੇ ਕੁਐਸਚਨ ਹੋਣੇ ਆ, ਚਾਹੇ ਉਹ ਪਾਰਟ ਏ ਦੇ ਵਿੱਚੋਂ ਹੋਏ ਉਹ ਵੀ 2 ਮਾਰਕ ਦਾ ਇੱਕ ਕੁਐਸਚਨ ਹੈ ਔਰ ਪਾਰਟ ਸੀ ਦੇ ਕੁਐਸਚਨ ਵੀ 2 ਮਾਰਕਸ ਦੇ ਹੋਣੇ। ਮੀਨਸ ਟੋਟਲ ਮਿਲਾ ਕੇ 40 to 50 ਵਰਡਸ ਵਾਲੇ 5 ਕੁਐਸਚਨ ਤੁਸੀਂ ਅਟੈਂਪਟ ਕਰ ਰਹੇ ਹੋ ਔਰ ਉਹ ਟੋਟਲ 10 ਮਾਰਕਸ ਦੇ ਹੋ ਗਏ, 2 ਨੰਬਰ ਦਾ ਇੱਕ ਕੁਐਸਚਨ ਹੋ ਗਿਆ। ਹੁਣ ਲੌਂਗ ਆਨਸਰਸ ਦੀ ਗੱਲ ਕਰੀਏ ਜਿੱਥੇ ਕਿ 120 ਵਰਡਸ ਦੇ ਆਨਸਰਸ ਲਿਖਣ ਨੂੰ ਕਹੇ ਜਾਂਦੇ ਸੀ ਉੱਥੇ ਹੁਣ ਇਹ ਵਰਡਸ ਰਿਡਿਊਸ ਕਰ ਦਿੱਤੇ ਗਏ ਹੈ। 60 to 70 ਵਰਡਸ ਦੇ ਵਿੱਚ ਇਹ ਵਰਡ ਲਿਮਿਟ ਕਰ ਦਿੱਤੀ ਗਈ ਹੈ ਔਰ ਇਹਨੂੰ ਲਿਖਣਾ ਹੁਣ ਬੱਚੇ ਦੇ ਲਈ ਬਹੁਤ ਆਸਾਨ ਹੋ ਜਾਏਗਾ। ਸਿਲੇਬਸ ਰਿਡਿਊਸ ਹੋ ਗਿਆ, ਵਰਡ ਲਿਮਿਟ ਰਿਡਿਊਸ ਹੋ ਗਈ ਔਰ ਇਹਦੇ ਵਿੱਚ ਵੀ ਲੌਂਗ ਆਨਸਰਸ ਦੇ ਵਿੱਚ ਵੀ ਚੋਇਸ ਹੋਏਗੀ। ਪਾਰਟ ਏ ਦੇ ਵਿੱਚੋਂ ਵੀ 2 ਕੁਐਸਚਨਸ ਹੋਣੇ ਔਰ ਪਾਰਟ ਸੀ ਦੇ ਵਿੱਚੋਂ ਵੀ 2 ਕੁਐਸਚਨਸ ਹੋਣੇ। ਦੋਨਾਂ ਦੇ ਵਿੱਚ ਚੋਇਸ ਅਬ ਤੱਕ ਤੁਸੀਂ ਕੋਈ ਵੀ ਇੱਕ ਕਰ ਸਕਦੇ ਹੋ ਕੁਐਸਚਨ, ਇੱਕ ਪਾਰਟ ਏ ਦੇ ਵਿੱਚੋਂ ਔਰ ਇੱਕ ਪਾਰਟ ਸੀ ਦੇ ਵਿੱਚੋਂ। ਫਿਰ ਗੁੱਡ ਹੈਂਡ ਰਾਈਟਿੰਗ ਦੇ ਔਰ ਇਸ ਲੌਂਗ ਕੁਐਸਚਨ ਦੇ 3 ਮਾਰਕਸ ਹੈ ਔਰ ਗੁੱਡ ਹੈਂਡ ਰਾਈਟਿੰਗ ਦੇ ਵੀ ਇੱਥੇ 5 ਮਾਰਕਸ ਦੇ ਦਿੱਤੇ ਗਏ ਇਸ ਵਾਰੀ ਜੋ ਕਿ ਪਹਿਲੇ ਨਹੀਂ ਹੁੰਦੇ ਸੀ। ਇਸ ਕਰਕੇ ਬੇਟਾ ਜੋ ਵੀ ਤੁਸੀਂ ਕੁਐਸਚਨਸ ਨੂੰ ਆਪਣੇ ਜੋ ਆਨਸਰ ਸ਼ੀਟ ਨੂੰ ਅਟੈਂਪਟ ਕਰਨਾ ਹੈ ਕੋਸ਼ਿਸ਼ ਕਰਨੀ ਹੈ ਕਿ ਕਲੀਅਰ ਹੋਏ ਵਿਦਆਊਟ ਐਨੀ ਕਟਿੰਗ ਹੋਏ, ਕਟਿੰਗ ਨਹੀਂ ਕਰਨੀ ਔਰ ਜਿਸ ਤਰ੍ਹਾਂ ਹਮੇਸ਼ਾ ਟੀਚਰ ਗਾਈਡ ਕਰਦਾ ਹੈ ਕਿ ਇੱਕ ਕੁਐਸਚਨ ਕਰਨ ਤੋਂ ਬਾਅਦ ਤੁਸੀਂ ਪੈਨਸਿਲ ਦੇ ਨਾਲ ਲਾਈਨ ਖਿੱਚ ਸਕਦੇ ਆ, ਆਨਸਰ ਖਤਮ ਹੋਇਆ ਉੱਥੇ ਪੈਨਸਿਲ ਦੇ ਨਾਲ ਲਾਈਨ ਕਰਕੇ ਉਹਨੂੰ ਸੈਪਰੇਟ ਕਰੋ, ਹੈਂਡ ਰਾਈਟਿੰਗ ਸਾਫ਼ ਹੋਏ ਔਰ ਦੇਖਣ ਨੂੰ ਤੁਹਾਡੀ ਅਟੈਂਪਟੇਸ਼ਨ ਬਹੁਤ ਅੱਛੀ ਹੋਣੀ ਚਾਹੀਦੀ ਹੈ। ਦੇਖੀ ਬੇਟਾ ਇਹਦੇ ਵਿੱਚ 3 ਆਵਰਸ ਦਾ ਟਾਈਮ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਤੁਸੀਂ ਓਬਜ਼ਰਵ ਕੀਤਾ ਹੋਣਾ ਕਿ ਮੋਸਟਲੀ ਓਬਜੈਕਟਿਵ ਟਾਈਪਸ ਦੇ ਕੁਐਸਚਨ ਜੋ MCQs ਹੈ ਉਹਨਾਂ ਦੀ ਗਿਣਤੀ ਜ਼ਿਆਦਾ ਹੈ, ਇਸ ਕਰਕੇ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਹੈ ਕਿ ਹੈਂਡ ਰਾਈਟਿੰਗ ਤੁਹਾਡੀ ਅੱਛੀ ਹੋਏ ਔਰ ਇਸ ਤਰੀਕੇ ਦੇ ਨਾਲ ਪੇਪਰ ਨੂੰ ਅਟੈਂਪਟ ਕਰਨਾ ਹੈ ਕਿ ਬਿਲਕੁਲ ਸਾਫ਼ ਸਫਾਈ ਦਾ ਧਿਆਨ ਰੱਖਣਾ ਕਿਉਂਕਿ ਬੇਟਾ ਇਸ ਵਾਰੀ 5 ਮਾਰਕਸ ਤੁਹਾਡੇ ਹੈਂਡ ਰਾਈਟਿੰਗ ਦੇ ਹੋਣੇ ਆ। ਸੋ ਆਈ ਹੋਪ ਕਿ ਸਭ ਕੁਝ ਕਲੀਅਰ ਹੋ ਗਿਆ ਹੋਏਗਾ ਕੰਸੈਪਟ। ਥੈਂਕ ਯੂ ਸੋ ਮਚ ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਮਾਈ ਚੈਨਲ। ਥੈਂਕਸ ਅ ਲੋਟ।